ਧੰਨ ਵਾਹਿਗੁਰੂ ਜੀਓ। ਆਸਾ ਸਾਂਪ ਕੁੰਚ ਛੋੜੈ, ਬਿਖ ਨਹੀਂ ਛਾੜੈ। ਉਦਕ ਮਾਹੇ ਜੈਸੇ ਬਾਗ ਧਿਆਨ ਮੰਡੈ। ਕਾਹੇ ਕੋ ਕੀਜੈ ਧਿਆਨ ਜਪਨਾ। ਜਬ ਤੇ ਸੁਧ ਨਹੀਂ ਮਨ ਆਪਣਾ। ਰਹਾ ਸਿੰਘਚ ਭੋਜਨ ਜੋ ਨਰ ਜਾਣੈ। ਐਸੇ ਹੀ ਠੱਗ ਦਿਓ ਬਖਾਨੈ। ਨਾਮੇ ਕੇ ਸੁਆਮੀ ਲਾਹੇ ਲੈ ਝਗਰਾ। ਰਾਮ ਰਸਾਇਨ ਪੀਓ ਰੇ ਦਗਰਾ। ਨਾਮੇ ਕੀ ਸੁਆਮੀ ਲਾਹੇ ਲੈ ਝਗਰਾ। ਰਾਮ ਰਸਾਇਨ ਪੀਓ ਰੇ ਦਗਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸਜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ। ਅਕਾਲ ਪੁਰਖ ਜੀ ਨੇ ਬੜੀ ਮਿਹਰ ਕੀਤੀ ਹੈ, ਸਤ ਸੰਗਤ ਰੂਪ ਵਿੱਚ ਸੱਜ ਕੇ ਸਤਿਗੁਰੂ ਦੀ ਪਾਵਨ ਬਾਣੀ ਨਾਲ ਜੁੜਨ ਦਾ ਇਹ ਉੱਤਮ ਸਮਾਂ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਪ੍ਰੇਮ, ਬੜੀ ਇਕਾਗਰਤਾ ਸਹਿਤ ਸਰਵਣ ਕੀਤੇ ਹਨ। ਭਗਤ ਨਾਮਦੇਵ ਸਾਹਿਬ ਜੀ ਦੇ ਸ਼ਬਦਾਂ ਦੀ, ਉਹਨਾਂ ਦੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਇਹਨਾਂ ਰੋਜ਼ਾਨਾ ਦੇ ਦੀਵਾਨਾਂ ਵਿੱਚ ਆਪਾਂ ਆਰੰਭ ਕਰਕੇ ਕਰਨ ਦਾ ਯਤਨ ਕਰ ਰਹੇ ਹਾਂ, ਜਿਸ ਵਿੱਚ ਆਪ ਜੀ ਨੇ ਗੌੜੀ ਰਾਗ ਦੀ ਭਗਤ ਬਾਣੀ ਵਿੱਚੋਂ ਭਗਤ ਨਾਮਦੇਵ ਸਾਹਿਬ ਜੀ ਦੇ ਸ਼ਬਦ ਦੀ ਵਿਚਾਰ ਉਪਰੰਤ ਆਸਾ ਰਾਗ ਦੀ ਭਗਤ ਬਾਣੀ ਦੇ ਜੋ 5 ਸ਼ਬਦ ਹਨ ਭਗਤ ਨਾਮਦੇਵ ਸਾਹਿਬ ਜੀ ਦੇ ਇਸ ਰਾਗ ਵਿੱਚ, ਉਸ ਵਿੱਚੋਂ 3 ਸ਼ਬਦਾਂ ਦੀ ਵਿਚਾਰ ਸ਼ਰਵਣ ਕੀਤੀ ਹੈ। ਚੌਥੇ ਸ਼ਬਦ ਦਾ ਪਾਠ ਆਪ ਜੀ ਨੇ ਸੁਣਿਆ ਹੈ। ਕੁਝ ਸਾਧਨ ਬਾਹਰੀ ਤੌਰ ਦੇ ਉੱਤੇ ਮਨੁੱਖ ਨੇ ਅਪਣਾਏ ਤੇ ਹੌਲੀ ਹੌਲੀ ਉਹਨਾਂ ਸਾਧਨਾਂ ਨੂੰ ਲੋੜ ਤੋਂ ਵੱਧ ਮਹੱਤਤਾ ਮਿਲੀ ਤੇ ਮਨੁੱਖ ਉਹਨਾਂ ਸਾਧਨਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ। ਜਦੋਂ ਸੁਰਤ ਵਿੱਚੋਂ ਇਹ ਖਿਆਲ ਮਨਫੀ ਹੋ ਜਾਵੇ ਕਿ ਮੈਂ ਜੋ ਕਰ ਰਿਹਾ ਹਾਂ ਉਹ ਕਿਸ ਲਈ ਕਰ ਰਿਹਾ ਹਾਂ, ਤਾਂ ਮਨੁੱਖ ਫਿਰ ਇੱਕ ਕਰਮ ਦੀ ਘੁੰਮਣ ਘੇਰੀ ਵਿੱਚ ਫਸ ਜਾਂਦਾ ਹੈ। ਉਹ ਪਹੁੰਚਦਾ ਕਿਤੇ ਨਹੀਂ, ਪ੍ਰਾਪਤੀ ਕੋਈ ਨਹੀਂ ਕਰਦਾ, ਹਾਸਲ ਕੁਝ ਨਹੀਂ ਕਰਦਾ। ਉਹ ਕਰਮ ਕਰਕੇ, ਉਸ ਨੂੰ ਬਾਰ-ਬਾਰ ਰਿਪੀਟ ਕਰਕੇ, ਉਹਦਾ ਅਭਿਆਸ ਕਰਕੇ ਆਪਣੇ ਆਪ ਇੱਕ ਭਰਮ ਸਿਰਜ ਲੈਂਦਾ ਹੈ ਕਿ ਮੈਂ ਮੁਕੰਮਲ ਹਾਂ ਜਾਂ ਪਹੁੰਚ ਗਿਆ, ਕਿਉਂਕਿ ਉਹ ਕਰਮ ਉਹਦੇ ਅੰਦਰ ਭਰਮ ਪੈਦਾ ਕਰਦਾ ਹੈ, ਵੱਡੇ ਹੋਣ ਦਾ, ਧਰਮੀ ਹੋਣ ਦਾ, ਉੱਚੇ ਹੋਣ ਦਾ। ਔਰ ਉਹ ਭਰਮ ਦੇ ਕਾਰਨ ਉਹਦੇ ਜੀਵਨ ਦੇ ਅੰਦਰ ਹਉਮੈ ਪੈਦਾ ਹੁੰਦੀ ਹੈ, ਅਹੰਕਾਰ ਪੈਦਾ ਹੁੰਦਾ ਹੈ। ਜਦੋਂ ਉਹ ਆਪਣੇ ਆਪ ਨੂੰ ਉੱਚੇ ਸਟੇਟਸ ਵਾਲਾ ਮਿਥ ਲੈਂਦਾ ਹੈ, ਕਿਸੇ ਵੀ ਵਜ੍ਹਾ ਕਾਰਨ, ਕਿਸੇ ਵੀ ਲੈਵਲ ਉੱਤੇ ਮਿਥ ਲੈ,
ਫਿਰ ਉਹ ਦੂਜਿਆਂ ਨੂੰ ਤੁੱਛ, ਨੀਵਾਂ ਤੇ ਹੀਣਾ ਸਮਝਦਾ। ਇਹ ਉਸ ਦੀ ਅੰਦਰ ਦੀ ਹਉਮੈ ਦਾ ਪ੍ਰਮਾਣ ਹੁੰਦਾ ਹੈ, ਇਹ ਈਗੋ ਦਾ ਪ੍ਰਮਾਣ ਹੁੰਦਾ ਹੈ। ਤੇ ਜਦੋਂ ਉਹ ਐਸਾ ਸਮਝਣ ਲੱਗ ਪੈਂਦਾ ਹੈ, ਫਿਰ ਦੂਜਿਆਂ ਨੂੰ ਉਹ ਹਕਾਰਤ ਦੀ ਦ੍ਰਿਸ਼ਟੀ ਤੋਂ ਵੇਖ ਕੇ, ਨੀਵਾਂ ਸਮਝ ਕੇ ਭੇਦਭਾਵ ਕਰਦਾ ਹੈ। ਉਹਨੂੰ ਫਿਰ ਸਾਰਿਆਂ ਦੇ ਅੰਦਰ ਜਿਹੜੀ ਪਰਮੇਸ਼ਰੀ ਜੋਤ ਹੈ ਉਹਦਾ ਅਹਿਸਾਸ ਹੋਣੋਂ ਹਟ ਜਾਂਦਾ ਹੈ। ਯਾਨੀ ਕਿ ਅੰਦਰ ਦੇ ਰੋਗ ਹਨ, ਜਿਵੇਂ ਸਰੀਰ ਦੇ ਫਿਜ਼ੀਕਲੀ ਕੋਈ ਛੋਟੀ ਜਿਹੀ ਬਿਮਾਰੀ ਕਈ ਵਾਰ ਸਾਨੂੰ ਲੱਗ ਜਾਏ ਨਾ, ਤੇ ਉਹਦੇ ਵੱਲ ਧਿਆਨ ਨਾ ਦੇਈਏ, ਪਰਹੇਜ਼ ਨਾ ਕਰੀਏ, ਦਵਾਈ ਨਾ ਖਾਈਏ, ਜਾਂ ਉਹਦਾ ਟ੍ਰੀਟਮੈਂਟ ਵੇਲੇ ਸਿਰ ਨਾ ਕਰਵਾਈਏ, ਤੇ ਕਈ ਵਾਰ ਮਾਮੂਲੀ ਜਿਹਾ ਨਿੱਕਾ ਜਿਹਾ ਰੋਗ ਜਿਹੜਾ ਉਹ ਕਈ ਵਾਰ ਦਹਾਕੇ ਲੱਗ ਜਾਂਦੇ ਨੇ ਉਸ ਨੂੰ ਠੀਕ ਹੁੰਦਿਆਂ, ਉਹ ਸਾਰੇ ਸਰੀਰ ਵਿੱਚ ਇੰਨੀ ਜ਼ਿਆਦਾ ਪਕੜ ਬਣਾ ਕੇ, ਇੰਨਾ ਜ਼ਿਆਦਾ ਪ੍ਰਭਾਵਸ਼ਾਲੀ ਢੰਗ ਨਾਲ ਸਾਡੇ ਸਰੀਰ ਨੂੰ ਆਪਣੇ ਕੰਟਰੋਲ 'ਚ ਲੈ ਲਏ। ਪਰ ਅਸੀਂ ਮਨ ਦੇ ਰੋਗਾਂ ਬਾਰੇ ਬਹੁਤ ਘੱਟ ਅਵੇਅਰ ਹੁੰਦੇ ਹਾਂ। ਸਾਡੇ ਅੰਦਰ ਇਹ ਚੀਜ਼ਾਂ ਵੀ ਇਸ ਤਰ੍ਹਾਂ ਹੌਲੀ ਹੌਲੀ ਉਤਪੰਨ ਹੁੰਦੀਆਂ ਨੇ, ਪੈਦਾ ਹੁੰਦੀਆਂ ਨੇ, ਸਾਡੀ ਪ੍ਰੈਕਟਿਸ ਦਾ ਹਿੱਸਾ ਬਣਦੀਆਂ ਨੇ। ਮਨ ਆਪਣੀ ਪ੍ਰੈਕਟਿਸ ਕਰਦਾ ਹੈ। ਜਦੋਂ ਸਾਡੇ ਮਨ ਦੀ ਪ੍ਰੈਕਟਿਸ ਦਾ ਹਿੱਸਾ ਬਣਦੀਆਂ ਰਹਿੰਦੀਆਂ ਨੇ ਤਾਂ ਹੌਲੀ ਹੌਲੀ ਉਹ ਅੱਗੇ ਤੋਂ ਅੱਗੇ ਵੱਧਦੀਆਂ, ਸਾਡੇ ਸਾਰੇ ਵਿਹਾਰ ਨੂੰ ਤੇ ਸਾਡੀ ਸੁਰਤ ਨੂੰ ਆਪਣੇ ਆਪ ਵਿੱਚ ਜਕੜ ਲੈਂਦੀਆਂ। ਅਸੀਂ ਇੱਕ ਹਨੇਰੇ ਦੇ ਵਿੱਚ ਭਟਕਦੇ ਰਹਿੰਦੇ ਹਾਂ, ਸਾਨੂੰ ਕੋਈ ਫਿਰ ਰਸਤਾ ਨਹੀਂ ਮਿਲਦਾ ਕਿ ਅਸੀਂ ਕਿੱਧਰੋਂ ਬਾਹਰ ਨਿਕਲੀਏ। ਪਹਿਲੀ ਗੱਲ, ਸਾਨੂੰ ਮਹਿਸੂਸ ਹੀ ਬਹੁਤ ਘੱਟ ਹੁੰਦਾ ਹੈ ਵੀ ਅਸੀਂ ਗਲਤ ਜਾ ਰਹੇ ਹਾਂ। ਤੋ ਇਹ ਭਰਮ ਜਿਹੜਾ ਜਦੋਂ ਬਾਣੀ ਦੇ ਵਿੱਚ ਆਉਂਦਾ ਨਾ ਵੀ ਗੁਰੂ ਭਰਮ ਦੂਰ ਕਰਦਾ ਹੈ, ਤਾਂ ਉਹ ਇਸ ਕਿਸਮ ਦੇ ਭਰਮ ਵੀ ਵਿੱਚ ਹੀ ਆਉਂਦੇ ਨੇ। ਇਹਨਾਂ ਭਰਮਾਂ ਨੂੰ ਗੁਰੂ ਕੱਟ ਦਿੰਦਾ। ਕਿਉਂ? ਗੁਰੂ ਸਭ ਤੋਂ ਪਹਿਲਾਂ ਸਾਨੂੰ ਗਿਆਨ ਦਾ ਚਾਨਣ ਬਖਸ਼ਦਾ ਹੈ। ਜਦੋਂ ਗੁਰੂ ਸਾਨੂੰ ਗਿਆਨ ਦਾ, ਆਤਮ ਗਿਆਨ ਦਾ, ਜਿਸ ਨੂੰ ਅਸੀਂ ਕਹਿੰਦੇ ਹਾਂ ਆਪਣੇ ਆਪ ਬਾਰੇ ਜਿਹੜਾ ਅਵੇਅਰ ਹੋਣਾ ਨਾ, ਆਪਣੇ ਆਪ ਨੂੰ ਵੇਖਣਾ ਹੈ, ਆਪਣੇ ਆਪ ਨੂੰ ਖੋਜਣਾ ਹੈ, ਜਦੋਂ ਸਾਡੇ ਅੰਦਰ ਉਹ ਸੈਲਫ ਅਵੇਅਰਨੈਸ ਪੈਦਾ ਹੁੰਦੀ ਹੈ, ਅਸੀਂ ਆਤਮ ਤੌਰ ਦੇ ਉੱਤੇ ਜਾਗਣਾ ਸ਼ੁਰੂ ਕਰਦੇ ਹਾਂ, ਤਾਂ ਸਾਨੂੰ ਖੁਦ ਬਖੁਦ ਉਹ ਭਰਮ ਜਿਹੜੇ ਨੇ ਜੰਜਾਲ ਲੱਗ ਜਾਂਦੇ ਨੇ, ਤੇ ਫਿਰ ਹੌਲੀ ਹੌਲੀ ਉਹਨਾਂ ਤੋਂ ਮੁਕਤ ਹੋਣ ਦਾ ਅਸੀਂ ਗੁਰੂ ਸ਼ਬਦ ਨਾਲ ਹੀ ਰਾਹ ਤਲਾਸ਼ਦੇ ਹਾਂ। ਸਤਿਗੁਰੂ ਦਾ ਕਰਮ ਹੈ ਸਾਨੂੰ ਸਾਡੀ ਅਗਿਆਨਤਾ ਤੋਂ ਜਾਣੂ ਕਰਾਉਣਾ। ਇਹੀ ਗਿਆਨ ਹੈ, ਚੇਤੇ 'ਚ ਰੱਖਣਾ। ਗਿਆਨ ਕੀ ਹੁੰਦਾ ਹੈ? ਆਪਣੀ ਅਗਿਆਨਤਾ ਤੋਂ ਜਾਣੂ ਹੋ ਜਾਣਾ, ਆਪਣੀ ਬੇਸਮਝੀ ਬਾਰੇ ਪਤਾ ਲੱਗ ਜਾਣਾ ਹੀ ਸਭ ਤੋਂ ਵੱਡਾ ਗਿਆਨ ਹੈ। ਮਨੁੱਖ ਸੋਚਦਾ ਹੈ ਜਾਣਕਾਰੀਆਂ ਦੇ ਨਾਲ ਮੈਂ ਆਪਣੀ ਅਗਿਆਨਤਾ ਖੰਡ ਸਕਦਾ। ਨਹੀਂ, ਉਹ ਕਈ ਵਾਰ ਹੋਰ ਬੋਝ ਬਣ ਜਾਂਦੀਆਂ ਨੇ, ਹੋਰ ਭਾਰ ਬਣ ਜਾਂਦੀਆਂ ਨੇ ਵੀ ਮੈਨੂੰ ਆਹ ਵੀ ਪਤਾ ਹੈ, ਆਹ ਵੀ ਪਤਾ ਹੈ, ਆਹ ਵੀ ਪਤਾ ਹੈ। ਭਰਮ ਤੇ ਪਹਿਲਾਂ ਹੀ ਬੜਾ ਸੀ ਪਤਾ ਹੋਣ ਦਾ, ਉਹ ਨਵਾਂ ਭਰਮ ਜਿਹੜਾ ਹੈ ਉਸ ਨੂੰ ਹੋਰ ਬੋਝਲ ਕਰ ਲਿਆ, ਭਾਰਾ ਕਰ ਲਿਆ। ਤੋ ਇਹ ਸਭ ਤੋਂ ਵੱਡੀ ਸੋਝੀ ਹੁੰਦੀ ਹੈ ਜਦੋਂ ਮਨੁੱਖ ਨੂੰ ਆਪਣੀਆਂ ਲਿਮਿਟੇਸ਼ਨਸ ਦਾ ਗਿਆਨ ਹੋ ਜਾਂਦਾ ਹੈ, ਆਪਣੀ ਹੱਦਬੰਦੀ ਸਮਝ ਵਿੱਚ ਆ ਜਾਂਦੀ ਹੈ, ਆਪਣੀ ਸਮਰੱਥਾ ਤੇ ਪਾਇਆਂ ਦਾ ਪਤਾ ਲੱਗ ਜਾਂਦਾ ਹੈ। ਆਪਣੇ ਅਗਿਆਨ ਦੇ ਪ੍ਰਤੀ ਮਨੁੱਖ ਜਦੋਂ ਜਾਗਰਤ ਹੋ ਜਾਏ ਤਾਂ ਸਮਝੋ ਉਸਨੇ ਬਹੁਤ ਕੁਝ ਜਾਣ ਲਿਆ। ਉਸ ਲਈ ਦਰਵਾਜ਼ਾ ਖੁੱਲ੍ਹ ਗਿਆ ਹੈ ਇਸ ਭਰਮ ਤੋਂ, ਇਸ ਅਗਿਆਨਤਾ ਤੋਂ ਮੁਕਤ ਹੋਣ ਦਾ। ਭਗਤ ਨਾਮਦੇਵ ਸਾਹਿਬ ਜੀ ਦਾ ਇਹ ਪਾਵਨ ਸ਼ਬਦ ਹੈ। ਰਹਾਉ ਦੇ ਬੰਦ ਵਿੱਚ ਉਹਨਾਂ ਨੇ 2 ਕੰਮਾਂ ਦਾ ਜ਼ਿਕਰ ਕੀਤਾ ਹੈ। ਕਾਹੇ ਕਉ, ਕਾਹੇ ਸ਼ਬਦ ਦਾ ਮਤਲਬ ਹੁੰਦਾ ਕਿਉਂ। ਇਹ ਪ੍ਰਸ਼ਨ ਹੈ, ਕਿਉਂ? ਕਾਹੇ ਕਉ ਕੀਜੈ, ਕਿਉਂ ਕਰਦਾ ਹੈ ਧਿਆਨ। ਧਿਆਨ ਦਾ ਮਤਲਬ ਹੁੰਦਾ ਹੈ ਖਾਸ ਵਿਧੀ ਹੈ, ਭਾਰਤੀ ਮੱਤਾਂ ਵਿੱਚ ਪ੍ਰਚਲਿਤ ਹੈ। ਇਸ ਨੂੰ ਵੱਖ-ਵੱਖ ਸੰਪਰਦਾਵਾਂ ਨੇ ਆਪਣੇ ਆਪਣੇ ਢੰਗ ਨਾਲ ਬਿਆਨ ਕੀਤਾ। ਜੋਗੀਆਂ ਨੇ ਆਪਣੇ ਢੰਗ ਨਾਲ, ਉਦਾਸੀਆਂ ਨੇ ਆਪਣੇ, ਸੰਨਿਆਸੀਆਂ ਨੇ ਆਪਣੇ, ਵੱਖਰੀ ਵੱਖਰੀ ਇਸ ਦੀ ਐਕਸਪਲੇਨੇਸ਼ਨ ਹੈ। ਇਸ ਵਿਧੀ ਨੂੰ ਵੱਖਰੇ ਵੱਖਰੇ ਢੰਗ ਨਾਲ ਬਿਆਨ ਕੀਤਾ, ਪਰ ਮੂਲ ਰੂਪ ਵਿੱਚ ਧਿਆਨ ਆਪਣੇ ਸਰੀਰ ਨੂੰ ਅਟੰਕ, ਬਿਨਾਂ ਹਿਲ ਜੁਲ ਤੋਂ ਇੱਕ ਜਗ੍ਹਾ ਤੇ ਸਥਿਰ ਕਰ ਲੈਣਾ, ਟਿਕਾ ਲੈਣਾ, ਇਹ ਧਿਆਨ ਦਾ ਪਹਿਲਾ ਨੁਕਤਾ ਹੈ। ਇਸ ਤੋਂ ਅਗਲੀਆਂ ਬਹੁਤ ਸਾਰੀਆਂ ਉਹਨਾਂ ਨੇ ਸਟੇਜਾਂ ਲਿਖੀਆਂ ਨੇ, ਪਰ ਪਹਿਲਾ ਪੜਾਅ ਕੀ ਹੈ, ਪਹਿਲਾ ਸਟੈਪ ਕੀ ਹੈ? ਆਪਣੇ ਸਰੀਰ ਨੂੰ ਬਿਨਾਂ ਹਿੱਲਣ ਜੁਲਣ ਤੋਂ ਅਟੰਕ ਇੱਕ ਜਗ੍ਹਾ ਦੇ ਉੱਤੇ ਸਾਵਧਾਨ ਸਥਿਰ ਕਰ ਲੈਣਾ। ਹੁਣ ਇਸ ਨੂੰ ਧਿਆਨ ਮਗਨ ਹੋਣਾ, ਧਿਆਨ ਧਰਨਾ,
ਧਿਆਨ ਕਰਨਾ, ਸਮਾਧੀ ਲੀਨ ਹੋਣਾ, ਇਸ ਤਰ੍ਹਾਂ ਦੇ ਬਹੁਤ ਸਾਰੇ ਲਫ਼ਜ਼ ਨੇ ਜੋ ਇਸ ਨੂੰ ਐਕਸਪਲੇਨ ਕਰਦੇ ਨੇ, ਇਸ ਬਾਰੇ ਦੱਸਦੇ। ਦੂਜਾ ਇੱਕ ਕਰਮ ਹੈ ਜਪੰਨਾ, ਜਪਣਾ। ਕਿਸੇ ਮੰਤਰ ਨੂੰ ਬਾਰ-ਬਾਰ, ਕਿਸੇ ਲਫ਼ਜ਼ੀ ਬਣਤਰ ਨੂੰ ਬਾਰ-ਬਾਰ ਉਸ ਨੂੰ ਆਪਣੀ ਜ਼ੁਬਾਨ ਤੋਂ ਦੁਹਰਾਉਣਾ, ਬਾਰ-ਬਾਰ ਉਸ ਨੂੰ ਆਪਣੀ ਜ਼ੁਬਾਨ ਤੋਂ ਕਹਿਣਾ। ਹੁਣ ਹੋ ਸਕਦਾ ਹੈ ਵੀ ਜਿਸ ਕਿਸੇ ਨੇ ਇਸ ਵਿਧੀ ਦਾ ਚਲਨ ਕੀਤਾ ਹੋਵੇ, ਉਸਨੇ ਕਿਸੇ ਮਨੁੱਖ ਦੇ ਮਨ ਅੰਦਰ ਕੁਝ ਦ੍ਰਿੜ ਕਰਨ ਦੀ ਭਾਵਨਾ ਰੱਖੀ ਹੋਵੇ। ਮੈਂ ਇਸ ਪਾਸੇ ਨਹੀਂ ਜਾਵਾਂਗਾ, ਪਰ ਭਗਤ ਨਾਮਦੇਵ ਸਾਹਿਬ ਜੀ ਨੇ ਸਿੱਧੇ ਰੂਪ ਵਿੱਚ ਆਪਣੀ ਪੰਕਤੀ ਦੇ ਅੰਦਰ ਫਰਮਾਇਆ ਹੈ, ਕਿਉਂ ਕਰਦਾ ਹੈ ਧਿਆਨ ਤੇ ਕਾਹਦੇ ਲਈ ਕਰਦਾ ਹੈ ਜਪ। ਹੁਣ ਪੁੱਛਿਆ ਜੀ ਕਿਉਂ ਇਹ ਗਲਤ ਹੈ, ਤੁਸੀਂ ਮੈਨੂੰ ਇਹ ਪ੍ਰਸ਼ਨ ਕਿਉਂ ਕੀਤਾ? ਤਾਂ ਉਹ ਕਹਿੰਦੇ ਨੇ ਜਬ ਤੇ ਸ਼ੁੱਧ ਨਹੀਂ ਮਨ ਆਪਣਾ। ਕੀ ਤੂੰ ਸਰੀਰ ਨੂੰ ਸਥਿਰ ਕਰਕੇ ਅਟੰਕ ਬਿਨਾਂ ਹਿਲ ਜੁਲ ਤੋਂ ਬੈਠਣ ਨੂੰ ਧਿਆਨ ਸਮਝਦਾ? ਕੀ ਤੂੰ ਬਾਰ-ਬਾਰ ਕਿਸੇ ਇੱਕ ਮੰਤਰ ਨੂੰ ਰਟਣ ਨਾਲ ਜੇ ਇਹ ਸਮਝਦਾ ਵੀ ਬਸ ਇਹਨੇ ਨਾਲ ਜੀਵਨ ਸਵਰ ਗਿਆ, ਤਾਂ ਤੂੰ ਅਧੂਰਾ ਸੋਚਦਾ, ਥੋੜਾ ਸੋਚਦਾ, ਹੋਛਾ ਸੋਚਦਾ। ਤੇਰਾ ਮਕਸਦ, ਮੋਟਿਵ ਕੀ ਹੋਣਾ ਚਾਹੀਦਾ ਹੈ? ਮਨ ਦੀ ਸ਼ੁੱਧਤਾ, ਮਨ ਦੀ ਪਵਿੱਤਰਤਾ, ਮਨ ਦੀ ਪਾਕੀਜ਼ਗੀ। ਸੂਫੀਜ਼ਮ ਦੇ ਵਿੱਚ ਨਾ ਆਪਾਂ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੀ ਬਾਣੀ ਨੂੰ ਵਿਚਾਰਿਆ। ਸੂਫੀਜ਼ਮ ਦੇ ਵਿੱਚ ਇਸ ਗੱਲ ਨੂੰ ਬੜੀ ਸ਼ਿੱਦਤ ਨਾਲ ਕਿਹਾ ਗਿਆ। ਉਹ ਤਾਂ ਅਲਫਾਜ਼, ਸ਼ਬਦ ਜਿਹੜੇ ਹਨ, ਪ੍ਰਤੀਕ ਤੇ ਬਿੰਬ ਜਿਹੜੇ ਹਨ, ਉਹ ਬੜੇ ਟੱਕਰਵੇਂ ਵੀ ਵਰਤ ਲੈਂਦੇ ਨੇ। ਉਹ ਇੱਥੋਂ ਤੱਕ ਵੀ ਸੂਫੀ ਕਹਿ ਜਾਂਦੇ, ਇਸੇ ਕਰਕੇ ਉਹ ਕਾਜ਼ੀਆਂ ਨੂੰ ਪਸੰਦ ਨਹੀਂ ਆਏ। ਉਹ ਕਹਿੰਦੇ ਸਨ ਤੂੰ ਮਸਜਿਦ ਜਾਂਦਾ, ਤੂੰ ਅੱਲਾ ਲੱਭਦਾ ਫਿਰਦਾ, ਤੂੰ ਨਮਾਜ਼ਾਂ ਪੜ੍ਹਦਾ, ਤੂੰ ਰੋਜ਼ੇ ਰੱਖਦਾ, ਤੂੰ ਹੱਜ ਜਾਂਦਾ, ਤੈਨੂੰ ਆਪਣੇ ਆਪ ਦੀ ਕੋਈ ਸੁੱਧ ਹੈ? ਤੂੰ ਆਪਣੇ ਆਪ ਨੂੰ ਕਦੇ ਡਿੱਠਾ, ਆਪਣੇ ਆਪ ਨੂੰ ਕਦੇ ਵੇਖਿਆ, ਆਪਣੇ ਆਪ ਨੂੰ ਕਦੇ ਖੋਜਿਆ? ਉਹਨਾਂ ਕਿਸੇ ਨੂੰ ਬਾਂਹ ਫੜ ਕੇ ਕਦੇ ਰੋਕਿਆ ਨਹੀਂ ਸੀ ਵੀ ਤੂੰ ਰੋਜ਼ੇ ਨਾ ਰੱਖ, ਤੂੰ ਨਮਾਜ਼ ਨਾ ਪੜ੍ਹ, ਤੂੰ ਹੱਜ ਤੇ ਨਾ ਜਾ। ਹਰ ਬੰਦੇ ਦੀ ਆਪਣੀ ਮਰਜ਼ੀ ਹੈ, ਉਹਨੇ ਕੀ ਕਰਨਾ ਹੈ ਆਪਣੇ ਜੀਵਨ 'ਚ। ਪਰ ਉਹਨਾਂ ਜੀਵਨ ਦੇ ਮੁੱਖ ਬੁਨਿਆਦੀ ਮਸਲੇ ਦੀ ਜੜ ਫੜੀ, ਉਹ ਸੀ ਮਨ ਦੀ ਪਾਕੀਜ਼ਗੀ, ਨਫਸ ਨੂੰ ਕੰਟਰੋਲ ਵਿੱਚ। ਉਹ ਕਹਿੰਦੇ ਸਨ ਵੀ ਜੇ ਤੁਸੀਂ ਬਹੁਤ ਕੁਝ ਕਰ ਲਿਆ ਆਪਣੇ ਜੀਵਨ ਵਿੱਚ, ਮਜ਼ਹਬ ਦੀ ਜੋ ਰੀਤ ਹੈ, ਰਸਮ ਹੈ, ਉਹਨੂੰ ਭਰਪੂਰ ਢੰਗ ਨਾਲ ਤੁਸੀਂ ਨਿਭਾ ਲਿਆ, ਜੇ ਤੁਹਾਡੀਆਂ ਖਾਹਿਸ਼ਾਂ ਦੇ ਵਿੱਚ ਤੇ ਇੱਕ ਮਜ਼ਹਬ ਦੀ ਪ੍ਰੈਕਟਿਸ ਨਾ ਕਰਨ ਵਾਲੇ ਦੀਆਂ ਖਾਹਿਸ਼ਾਂ ਵਿੱਚ ਕੋਈ ਅੰਤਰ ਨਹੀਂ ਰਿਹਾ, ਜਿਵੇਂ ਉਹ ਕਰਦਾ ਹੈ ਉਹੋ ਜਿਹੀ ਤੁਸੀਂ ਤੁਹਾਡੇ ਮਨ 'ਚ ਵੀ ਚੱਲ ਰਿਹਾ, ਤਾਂ ਤੁਹਾਡੇ ਅਭਿਆਸ ਦਾ ਅਰਥ ਕੀ ਨਿਕਲਿਆ? ਤੁਹਾਡੇ ਅਭਿਆਸ ਦਾ ਕੀ ਮਤਲਬ ਨਿਕਲਿਆ? ਕਿ ਤੁਸੀਂ ਵੀ, ਤੁਹਾਡੇ ਅੰਦਰ ਵੀ ਉਹੀ ਹਲਚਲ ਹੈ, ਜਿਹੜਾ ਉਹ ਅਭਿਆਸ ਨਹੀਂ ਕਰਦਾ ਉਹਦੇ ਅੰਦਰ ਵੀ ਉਹ ਹਲਚਲ ਹੈ। ਉਹ ਵੀ ਉਹਨਾਂ ਰੋਗਾਂ ਤੋਂ ਪੀੜਤ ਹੈ, ਤੁਸੀਂ ਵੀ ਉਹਨਾਂ ਰੋਗਾਂ ਤੋਂ ਪੀੜਤ ਹੋ। ਉਹ ਤੇ ਬਰੀ ਕੀਤਾ ਜਾ ਸਕਦਾ ਕਿਉਂਕਿ ਉਹ ਕਿਸੇ ਅਭਿਆਸ ਦਾ ਹਿੱਸਾ ਹੀ ਨਹੀਂ ਬਣਿਆ। ਉਹਨੂੰ ਤਾਂ ਆਪਾਂ ਕਹਿ ਸਕਦੇ ਅਗਿਆਨੀ ਹੈ, ਬੇਸਮਝ ਹੈ। ਪਰ ਤੁਹਾਡਾ ਅਗਿਆਨ ਉਹਦੇ ਨਾਲੋਂ ਕਿਤੇ ਜ਼ਿਆਦਾ ਖਤਰਨਾਕ ਹੈ, ਕਿਉਂਕਿ ਤੁਸੀਂ ਤਾਂ ਇਲਾਜ ਕਰਾਉਣ ਦਾ ਭੁਲੇਖਾ ਵੀ ਪਾ ਲਿਆ। ਉਹ ਤਾਂ ਕਹੇਗਾ ਜੀ ਮੈਂ ਤਾਂ ਕੋਈ ਚਾਰਾ ਹੀ ਨਹੀਂ ਕੀਤਾ, ਮੈਂ ਤਾਂ ਕੋਈ ਯਤਨ ਹੀ ਨਹੀਂ ਕੀਤਾ, ਮੈਂ ਕਿਵੇਂ ਬਚ ਜਾਂਦਾ, ਮੈਂ ਕੋਈ ਧਰਮ ਸ਼ਾਸਤਰ ਨਹੀਂ ਪੜ੍ਹਿਆ, ਕੋਈ ਹੱਜ ਨਹੀਂ ਕੀਤਾ, ਕੋਈ ਅੱਲਾਹ ਤਾਲਾ ਦੀ ਇਬਾਦਤ ਨਹੀਂ, ਮੈਂ ਤਾਂ ਕੁਝ ਵੀ ਨਹੀਂ ਕੀਤਾ। ਉਹਨੂੰ ਤਾਂ ਚਲੋ ਇਹ ਹੈ ਨਾ ਵੀ ਮੈਂ ਕੀਤਾ ਹੀ ਕੱਖ ਨਹੀਂ, ਮੈਂ ਤਾਂ ਡਿੱਗਿਆ ਹੋਇਆ। ਤੇ ਜੇਕਰ ਤੁਹਾਡੇ ਅੰਦਰ ਵੀ ਅੰਦਰ ਦੀ ਮਨ ਦੀ ਦਸ਼ਾ ਉਹੋ ਹੀ ਹੈ, ਤਾਂ ਤੁਸੀਂ ਉਹਦੇ ਨਾਲੋਂ ਜ਼ਿਆਦਾ ਖਤਰੇ ਵਿੱਚ ਹੋ। ਤੁਹਾਡੇ ਲਈ ਦੋਹਰਾ ਖਤਰਾ ਇਹ ਹੈ, ਇੱਕ ਤਾਂ ਇਹ ਵੀ ਤੁਸੀਂ ਪਹੁੰਚੇ ਕਿਤੇ ਨਹੀਂ ਤੇ ਉਹਨਾਂ ਰੋਗਾਂ ਤੋਂ ਮੁਕਤ ਹੋਏ ਨਹੀਂ, ਤੇ ਦੂਜਾ ਖਤਰਾ ਇਹ ਹੈ ਵੀ ਤੁਸੀਂ ਇਲਾਜ ਹੋ ਗਿਆ ਮੇਰਾ, ਇਹ ਭੁਲੇਖਾ ਪਾੜ ਲਿਆ, ਤੁਸੀਂ ਪਹੁੰਚੇ ਹੋਣ ਦਾ ਭਰਮ ਪਾੜ ਲਿਆ। ਇਸ ਕਰਕੇ ਤੁਹਾਨੂੰ ਤੋਰਨਾ ਬਹੁਤ ਔਖਾ ਹੋ ਜਾਣਾ, ਤੁਹਾਨੂੰ ਅੱਗੇ ਲਿਜਾਣਾ ਬੜਾ ਕਠਿਨ ਹੋ ਜਾਣਾ। ਯਾਦ ਰੱਖੀਏ ਜਿਹੜਾ ਕਰਮ ਕਾਂਡ ਹੈ ਨਾ, ਕਰਮ ਕਾਂਡ ਇਹ ਮਨੁੱਖ ਦੀ ਜਗਿਆਸਾ ਮਾਰ ਦਿੰਦਾ, ਭੁੱਖ ਖਤਮ ਕਰ ਦਿੰਦਾ। ਇਹ ਮਨੁੱਖ ਦੇ ਅੰਦਰ ਦੀ ਤਲਬ, ਇੱਛਾ ਸ਼ਕਤੀ ਹੈ ਨਾ ਜਿਹੜੀ ਅੱਗੇ ਵਧਣ ਦੀ ਜਾਂ ਉਸ ਪਾਸੇ ਹਿੰਮਤ ਕਰਨ ਦੀ, ਉਹਨੂੰ ਪੂਰੀ ਤਰ੍ਹਾਂ ਦੱਬ ਦਿੰਦਾ। ਇਸ ਕਰਕੇ ਕਰਮ ਕਾਂਡ ਨੂੰ ਬੜਾ ਖਤਰਨਾਕ ਮਾਰਗ ਦੱਸਿਆ ਗਿਆ। ਇਸ ਵਾਸਤੇ ਬਾਬਾ ਨਾਮਦੇਵ ਸਾਹਿਬ ਜੀ ਫਰਮਾ ਰਹੇ ਨੇ, ਜਬ ਤੇ ਜਦੋਂ ਤੱਕ, ਜੇਕਰ
ਇਹ ਸਾਰੇ ਸਾਧਨ ਕਰਦੇ ਹਾਂ ਸ਼ੁੱਧ ਨਹੀਂ। ਸ਼ੁੱਧ ਦਾ ਮਤਲਬ ਕੀ ਹੁੰਦਾ? ਖਾਲਸ, ਪਵਿੱਤਰ, ਸਾਫ ਸੁਥਰਾ ਮਨ ਆਪਣਾ। ਕੀ ਤੇਰਾ ਮਨ ਸਾਫ ਹੈ, ਸ਼ੁੱਧ ਹੈ? ਇਹਦਾ ਭਾਵ ਹੈ ਤੇਰੇ ਅੰਦਰ ਦੇ ਖਿਆਲਾਂ ਦੇ ਵਿੱਚ ਕੋਈ ਭਲਾ ਅਹਿਸਾਸ ਵੀ ਪੈਦਾ ਹੁੰਦਾ ਹੈ। ਆਮ ਤੌਰ ਤੇ ਆਪਾਂ ਵੇਖੀਏ, ਮਨ ਕੀ ਹੈ? ਵਿਚਾਰਾਂ ਦਾ, ਫੁਰਨਿਆਂ ਦਾ ਸੰਗ੍ਰਹਿ। ਤੇ ਅਸੀਂ ਆਪਣੇ ਆਪ ਨੂੰ ਨੋਟ ਕਰੀਏ ਕਈ ਵਾਰ, ਇੱਕ ਦਿਨ ਦੇ ਵਿੱਚ ਮੇਰੇ ਅੰਦਰ ਕਿਹੋ ਕਿਹੋ ਜਿਹੇ ਫੁਰਨੇ ਜਿਹੜੇ ਹਨ, ਕਿਹੋ ਕਿਹੋ ਜਿਹੇ ਭਾਵ ਪੈਦਾ ਹੋਏ। ਉਹਨਾਂ ਨੇ ਮੇਰਾ ਵਿਹਾਰ ਤੇ ਚਰਿੱਤਰ ਘੜਨਾ ਹੈ। ਉਹਦੇ 'ਚ ਕਿੰਨੇ ਪਰਸੈਂਟ ਨੈਗੇਟਿਵਿਟੀ ਹੈ, ਕਿੰਨੇ ਦੂਜਿਆਂ ਦੇ ਪ੍ਰਤੀ ਬੁਰੇ ਖਿਆਲਾਤ ਮੇਰੇ ਅੰਦਰ ਆਏ, ਕਿੰਨਿਆਂ ਪ੍ਰਤੀ ਬਦਲੇ ਦੀ ਭਾਵਨਾ ਆਈ, ਕਿੰਨਿਆਂ ਦੇ ਪ੍ਰਤੀ ਇਹ ਆਇਆ ਵੀ ਇਹ ਬੰਦਾ ਕਿਤੇ ਮੇਰੇ ਕਾਬੂ ਆ ਜਾਏ। ਯਾਨੀ ਕਿ ਜਿਹਨੂੰ ਆਪਾਂ ਕਹਿ ਦਿੰਦੇ ਮੈਲੇ ਤੇ ਮਲੀਨ ਖਿਆਲ। ਇਹਨੂੰ ਇੱਕ ਉਦਾਹਰਣ ਮੈਂ ਦੇਣਾ। ਤੁਸੀਂ ਮਿਲਾਵਟ ਵਾਲਾ ਭੋਜਨ 8 ਦਿਨ ਖਾ ਲਓ ਲਗਾਤਾਰ, ਬਿਲਕੁਲ ਮਿਲਾਵਟ ਵਾਲਾ ਘਟੀਆ ਕਿਸਮ ਦਾ, ਤੁਹਾਡਾ ਸਰੀਰ ਤੁਹਾਨੂੰ ਦੱਸਣ ਲੱਗ ਪਏਗਾ ਵੀ ਤੁਸੀਂ ਰੋਂਗ ਚੱਲ ਰਹੇ ਹੋ, ਤੁਹਾਡੀ ਖੁਰਾਕ ਸਹੀ ਨਹੀਂ। ਪਾਣੀ ਮੈਲਾ ਪੀਣਾ ਸ਼ੁਰੂ ਕਰ ਦੇਵੇ ਕੋਈ, ਸਾਫ਼ ਸ਼ੁੱਧ ਹਵਾ ਨਾ ਮਿਲੇ ਸਾਹ ਲੈਣ ਵਾਸਤੇ, ਬੰਦਾ ਮੈਲੇ ਗੰਦੇ ਕੱਪੜੇ ਹੀ 8 ਦਿਨ ਪਾ ਲਵੇ, ਇਹਦੇ ਤੋਂ ਹੀ ਤੁਹਾਨੂੰ ਮਾਨਸਿਕ ਤੌਰ ਤੇ ਬੰਦੇ ਦੀ ਅਸਥਿਰ ਹਾਲਤ ਦਾ ਅੰਦਾਜ਼ਾ ਲੱਗ ਜਾਏ। ਇਹ ਤਾਂ ਸਾਰੀਆਂ ਚੀਜ਼ਾਂ ਸਰੀਰ ਦੀਆਂ ਨੇ। ਜਦੋਂ ਬੰਦਾ ਲਗਾਤਾਰ ਆਪਣੇ ਅੰਦਰ ਮਲੀਨ ਖਿਆਲਾਂ ਦਾ ਜਮ ਘਟਾ ਤਿਆਰ ਕਰੀ ਜਾਂਦਾ ਹੈ ਲਗਾਤਾਰ, ਉਹਦੇ ਅੰਦਰ ਸਰਕਲ ਹੀ ਇਹ ਚੱਲ ਰਿਹਾ, ਤਾਂ ਉਹਦੀ ਸੁਰਤ ਕਦੇ ਵੀ ਬਿਮਾਰੀਆਂ ਤੋਂ ਮੁਕਤ ਨਹੀਂ ਹੋ ਸਕਦੀ। ਉਹ ਰੋਗੀ ਹੈ, ਉਹ ਬਿਮਾਰ ਹੈ। ਉਹਦੇ ਅੰਦਰ ਕਿੰਨੀ ਨੈਗੇਟਿਵਿਟੀ ਹੈ, ਉਹਦੇ ਅੰਦਰ ਕਿੰਨਾ ਨਾ ਪੱਖੀ, ਕਿੰਨੀ ਹੀਣ ਭਾਵਨਾ, ਕਿੰਨੀ ਉਹਦੀ ਮਨ ਦੀ ਤਰਸਯੋਗ ਹਾਲਤ ਹੋ ਜਾਏਗੀ। ਇਹਨੂੰ ਅਸੀਂ ਸਧਾਰਨ ਲੋਕ ਘੱਟ ਹੀ ਕਿਆਸ ਕਰਦੇ। ਜਦੋਂ ਸਤਿਗੁਰੂ ਬਾਣੀ 'ਚ ਕਹਿੰਦੇ ਨਾ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਸੰਸਾਰ ਰੋਗੀ, ਬਿਮਾਰ ਹੈ ਸੰਸਾਰ, ਲੋਕ ਬਿਮਾਰ ਹਨ। ਔਰ ਉਹ ਬਿਮਾਰੀਆਂ ਇੱਕ ਨਹੀਂ, ਦੋ ਨਹੀਂ, ਅਨੇਕ ਪ੍ਰਕਾਰੀ ਰੋਗ ਹਨ ਜਿਹੜੇ ਸਾਡੇ ਮਨ ਨੂੰ, ਸਾਡੀ ਸੁਰਤ ਨੂੰ ਸਦਾ ਜਕੜੀ ਰੱਖਦੇ। ਤੋ ਖਿਆਲਾਂ ਦੀ ਸ਼ੁੱਧਤਾ ਹੀ ਮਨ ਦੀ ਪਵਿੱਤਰਤਾ ਹੈ, ਚੇਤੇ 'ਚ ਰੱਖਣਾ। ਕਿਉਂਕਿ ਮਨ ਨੂੰ ਕਿਹੜਾ ਕੋਈ ਪਾਣੀ ਨਾਲ ਧੋਤਾ ਜਾ ਸਕਦਾ। ਤਨ ਕਈ ਵਾਰ ਹੱਜ ਤੇ ਚਲਿਆ ਜਾਂਦਾ ਹੈ ਤੇ ਮਨ ਜਿਹੜਾ ਮਹਿਖਾਨੇ ਵਿੱਚ ਹੁੰਦਾ। ਤਨ ਮਸਜਿਦ 'ਚ ਹੈ, ਮਨ ਜੂਏ ਖਾਨੇ 'ਚ ਹੈ। ਤਨ ਜਿਹੜਾ ਹੈ ਉਹ ਗੁਰਦੁਆਰੇ ਹੈ ਤੇ ਮਨ ਜਿਹੜਾ ਉਹ ਕਿਤੇ ਹੋ ਸਕਦਾ ਕਿੱਟੀ ਪਾਰਟੀ ਕਰ ਰਿਹਾ ਹੋਵੇ। ਉਹਨੂੰ ਹੋਰ ਹੀ ਉਹਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ ਆਪਾਂ ਉਹ ਪੜ੍ਹਦੇ ਆ ਨਾ ਸਾਖੀ, ਸਤਿਗੁਰੂ ਨਵਾਬ ਨੂੰ ਕਹਿੰਦੇ ਨੇ, ਕਾਜ਼ੀ ਨੂੰ ਕਹਿੰਦੇ ਨੇ, ਕਿੰਨੇ ਪੜ੍ਹੀ ਹੈ ਨਮਾਜ਼। ਉਹਨਾਂ ਕਿਹਾ ਨਾ, ਤੁਸੀਂ ਸਾਡੇ ਨਾਲ ਨਮਾਜ਼ ਨਹੀਂ ਪੜ੍ਹੀ। ਉਹਨਾਂ ਨੂੰ ਕੀ ਪਤਾ ਵੀ ਗੁਰੂ ਨਾਨਕ ਸਾਹਿਬ ਜੀ ਦੀ ਨਮਾਜ਼ ਜਿਹੜੀ ਹੈ ਉਹ ਬਹੁਤ ਸਿਖਰ ਦੀ ਨਮਾਜ਼ ਹੈ। ਤੁਸੀਂ ਸਰੀਰਕ ਕਿਰਿਆਵਾਂ ਕਰਦਿਆਂ ਗੁਰੂ ਨਾਨਕ ਨੂੰ ਨਹੀਂ ਵੇਖਿਆ ਤੇ ਤੁਸੀਂ ਇਹ ਮੰਨ ਲਿਆ ਵੀ ਗੁਰੂ ਨਾਨਕ ਨਮਾਜ਼ੀ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਉਹਨਾਂ ਨੂੰ ਪ੍ਰਸ਼ਨ ਕਰ, ਤੁਸੀਂ ਪੜ੍ਹੀ ਹੈ? ਹਾਂਜੀ ਅਸੀਂ ਤੇ ਪੜ੍ਹੀ, ਅਸੀਂ ਸਿਜਦਾ ਕੀਤਾ, ਦੁਆ ਮੰਗੀ, ਕਲਮਾ ਪੜ੍ਹਿਆ, ਸਾਰਾ ਕੁਝ ਜੋ ਪ੍ਰੋਸੈਸ ਹੁੰਦਾ ਹੈ ਨਮਾਜ਼ ਦਾ ਉਹ ਕੀਤਾ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੂੰ ਕਹਿੰਦੇ ਨੇ ਵੀ ਤੁਸੀਂ ਜਿਸ ਵੇਲੇ ਸਿਜਦਾ ਕਰ ਰਹੇ ਸੀ, ਦੁਆ ਕਰ ਰਹੇ ਸੀ, ਕਲਮਾ ਪੜ੍ਹ ਰਹੇ ਸੀ, ਤੁਸੀਂ ਇੱਥੇ ਸੀ ਨਮਾਜ਼ ਵਿੱਚ ਨਹੀਂ। ਨਮਾਜ਼ ਨੂੰ ਅਬਜ਼ਰਵ ਨਹੀਂ ਕੀਤਾ, ਖੁਦਾ ਨੂੰ, ਅੱਲਾਹ ਤਾਲਾ ਨੂੰ ਮਨ ਦੀ ਜਿਹੜੀ ਹਾਜ਼ਰੀ ਹੈ, ਨਮਾਜ਼ ਮਸਜਿਦ 'ਚ ਵੀ ਆ ਗਏ, ਨਮਾਜ਼ ਦੀ ਮਰਿਆਦਾ ਵਿੱਚ ਵੀ ਪੈ ਗਏ, ਕਲਮਾ ਵੀ ਪੜ੍ਹਿਆ, ਸਭ ਕੁਝ ਹੋ ਗਿਆ। ਕਿਹਨੇ ਕੀਤਾ? ਟ੍ਰੈਂਡ ਜਿਹਾ ਜੇ ਤਾਂ ਹੋਵੇ ਨਾ, ਟ੍ਰੈਂਡ ਜਿਹਾ ਕਿ ਭੱਜੇ ਆਏ, ਸਿਰ ਝੁਕਾਇਆ, ਪਰਿਕਰਮਾ ਹੋਈ, ਲਓ ਜੀ ਧਰਮ ਕਰਮ ਹੋ ਗਿਆ। ਨਹੀਂ, ਜਦੋਂ ਸਿਰ ਝੁਕਦਾ ਹੈ ਨਾ, ਜਦੋਂ ਬੰਦਾ ਆਪਣੇ ਅੰਦਰ ਉਤਰਦਾ ਹੈ ਤੇ ਉਹਨੂੰ ਸਮਝ ਹੁੰਦੀ ਹੈ ਵੀ ਮੈਂ ਜਦੋਂ ਸਿਰ ਝੁਕਾ ਰਿਹਾ ਤਾਂ ਕਿਸ ਦੀ ਅਜ਼ਮਤ ਅੱਗੇ ਝੁਕਾ ਰਿਹਾ। ਜਦੋਂ ਕਿਹਾ ਜਾਂਦਾ ਨਾ ਸਿੱਖ ਨੇ ਕਿਤੇ ਸਿਰ ਨਹੀਂ ਝੁਕਾਉਣਾ, ਉਹਦਾ ਭਾਵ ਹੁੰਦਾ ਜੇ ਤਾਂ ਭਾਵ ਨਾ ਸਮਝਿਆ ਜਾਏ ਵੀ ਸਿਰ ਝੁਕਾਉਣ ਦਾ ਭਾਵ ਕੀ ਹੈ, ਫਿਰ ਤਾਂ ਜਿੱਥੇ ਮਰਜ਼ੀ ਝੁਕਾ ਲਓ। ਹੱਡ ਮਾਸ ਦਾ ਪੁਤਲਾ ਹੀ ਹੈ, ਪੂਰਾ ਨੀਵਾਂ ਹੀ ਕਰਨਾ ਸਿਰ, ਗੱਲ ਉੱਥੇ ਫਰਕ ਕੀ ਪੈਂਦਾ।
ਤੇ ਜੇਕਰ ਸਮਝ ਪੈ ਜਾਏ ਵੀ ਨਹੀਂ, ਇਸ ਦਾ ਸੰਬੰਧ ਮੇਰੀ ਆਤਮਾ ਨਾਲ ਹੈ, ਮੇਰੇ ਮਨ ਦੀ ਪਾਕੀਜ਼ਗੀ ਨਾਲ ਹੈ, ਮੇਰੇ ਜੀਵਨ ਦੀ ਧਾਰਾ ਨਾਲ ਹੈ, ਮੇਰੇ ਜੀਵਨ ਦੀ ਜੁਗਤ ਨਾਲ ਹੈ, ਮੈਂ ਇਕੱਲਾ ਹੱਡ ਮਾਸ ਦਾ ਪੁਤਲਾ ਇਹ ਸਿਰ ਹੀ ਨਹੀਂ ਝੁਕਾਉਣਾ, ਇਹਦੇ ਪਿੱਛੇ ਬੜੇ ਗਹਿਰੇ ਭਾਵ ਨੇ, ਤਾਂ ਬੰਦਾ ਅੜ ਜਾਂਦਾ, ਕਹਿੰਦਾ ਨਹੀਂ, ਐਵੇਂ ਥਾਂ ਥਾਂ ਨਹੀਂ ਝੁਕਿਆ ਜਾ ਸਕਦਾ। ਇਹ ਕੇਵਲ ਗੁਰੂ ਦੀ ਅਜ਼ਮਤ ਸਾਹਮਣੇ ਝੁਕਿਆ ਜਾ ਸਕਦਾ ਹੈ, ਗੁਰੂ ਦੀ ਵੱਡਪਣ ਸਾਹਮਣੇ ਝੁਕਿਆ ਜਾ ਸਕਦਾ, ਹੋਰ ਕਿਸੇ ਅੱਗੇ ਨਹੀਂ। ਤਾਂ ਉਹਦੇ ਪਿਛਲਾ ਜਿਹੜਾ ਭਾਵ ਹੈ, ਜੇ ਉਹ ਗ੍ਰਹਿਣ ਨਹੀਂ ਕੀਤਾ, ਜਿਸ ਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਛਾਛ ਪੀਐ ਸੰਸਾਰ, ਹੁਣ ਮੱਖਣ ਕੋਈ ਖਾ ਜਾਏ ਤੇ ਲੱਸੀ ਮਗਰ ਛੱਡ ਜਾਏ ਵੀ ਤੁਸੀਂ ਪੀ ਲਿਓ। ਅਸੀਂ ਬਹੁਤੇ ਛਾਛ ਪੀਣ ਵਾਲੇ ਹਾਂ ਸੰਸਾਰ ਵਿੱਚ, ਭਾਵ ਕਰਮ ਦਾ ਭਾਵ ਗ੍ਰਹਿਣ ਨਹੀਂ ਕਰਦੇ ਹਾਂ, ਕਰਮ ਕਰਦੇ ਹਾਂ। ਤੋ ਇਸ ਨੂੰ ਕਹਿੰਦੇ ਨੇ, ਜੇ ਤੇਰੇ ਅੰਦਰ ਖਿਆਲਾਂ ਦੀ ਸ਼ੁੱਧਤਾ ਨਹੀਂ ਹੈ, ਤੇਰੇ ਸੰਕਲਪ ਤੇਰੇ ਵਿਚਾਰ ਮਲੀਨ ਹਨ, ਤਾਂ ਤੂੰ ਕਾਹਦੇ ਲਈ ਜਪ, ਇਹ ਸਮਾਧੀਆਂ, ਇਹ ਬਾਹਰ ਦੇ ਯਤਨ, ਇਹ ਧਿਆਨ ਲਗਾਉਣ ਦੀਆਂ ਪ੍ਰਕਿਰਿਆ ਕਿਹਨੂੰ ਵਿਖਾ ਕੇ ਕਰਨਾ। ਤੇ ਇਹਦੀ ਹੋਰ ਬੜੀ ਸੁੰਦਰ ਐਕਸਪਲੇਨੇਸ਼ਨ ਦਿੱਤੀ, ਵਿਆਖਿਆ ਕੀਤੀ। ਕਹਿੰਦੇ ਨੇ ਸਾਪ ਕੁੰਚ ਛੋੜੈ, ਵੇਖ ਨਹੀਂ ਛੱਡੈ। ਸੱਪ ਦੇ ਕਿਉਂਕਿ ਹੱਥ ਪੈਰ ਨਹੀਂ ਹੁੰਦੇ, ਉਹ ਰੀਂਗਣ ਵਾਲਾ ਜੀਵ ਹੈ, ਜ਼ਮੀਨ ਤੇ ਰੀਂਗਦਾ। ਵੇਖੋ ਕੁਦਰਤ ਨੇ ਉਹਨੂੰ ਵੀ ਜੀਣ ਦੀ ਜਿਹੜੀ ਹੈ ਉਹ ਜੁਗਤ ਦਿੱਤੀ ਹੈ। ਉਹਦੇ ਸਰੀਰ ਦੀ ਪ੍ਰੋਟੈਕਸ਼ਨ ਵਾਸਤੇ ਇੱਕ ਬੜੀ ਹੀ ਕਰੜੀ ਪਰਤ ਜਿਹੜੀ ਹੈ ਨਾ ਚਮੜੀ ਦੀ, ਉਹਦੇ ਸਰੀਰ ਤੇ ਚੜਾਈ ਹੈ। ਅੰਦਰੋਂ ਕੋਮਲ ਹੈ ਤੇ ਬਾਹਰੋਂ ਉਹ ਪਰਤ ਜਿਹੜੀ ਚਮੜੀ ਦੀ ਹੈ ਉਹ ਬੜੀ ਕਰੜੀ, ਮਜ਼ਬੂਤ। ਇਸ ਕਰਕੇ ਉਹ ਕੰਕਰਾਂ ਦੇ ਉੱਤੋਂ ਵੀ ਰੀਂਗਦਾ ਜਾਂਦਾ ਹੈ, ਉਹ ਰੁੱਖਾਂ ਦੀਆਂ ਖੁੱਕੀਆਂ ਦੇ ਉੱਤੇ ਵੀ ਰੀਂਗਦਾ ਹੈ, ਉਹ ਨਿੱਕੇ ਨਿੱਕੇ ਪੱਥਰਾਂ ਦੇ ਉੱਤੇ ਵੀ ਰੀਂਗਦਾ ਹੈ, ਉਹ ਰੇਤ ਦੇ ਉੱਤੇ ਵੀ ਰੀਂਗਦਾ ਹੈ। ਇਹ ਉਹਨੂੰ ਸਮਝੋ ਵੀ ਉਹਦੇ ਇੱਕ ਤਰ੍ਹਾਂ ਨਾਲ ਉਹਦੇ ਸਰੀਰ ਦੀ ਪ੍ਰੋਟੈਕਸ਼ਨ ਲਈ ਮਾਲਕ ਨੇ ਵੀ ਉਹ ਜੀ ਸਕੇ, ਉਹ ਜਾ ਸਕੇ ਆਪਣੇ ਸਰੀਰ ਨੂੰ ਲੈ ਕੇ ਇੱਕ ਜਗ੍ਹਾ ਦੂਜੀ ਜਗ੍ਹਾ। ਪਰ ਉਹਦਾ ਇੱਕ ਟਾਈਮ ਪੀਰੀਅਡ ਹੈ ਵੀ ਉਹ, ਕਿਉਂਕਿ ਉਹ ਹੰਡਦੀ ਹੈ ਨਾ, ਚਮੜੀ ਹੰਡਦੀ ਹੈ, ਤੇ ਉਹ ਚਮੜੀ ਜਦੋਂ ਹੰਡਦੀ ਹੈ ਤੇ ਉਹ ਜਦੋਂ ਉਹਨੂੰ ਲੱਗਦਾ ਵੀ ਮੇਰੀ ਇਹ ਚਮੜੀ ਹੁਣ ਮੇਰੇ ਸਰੀਰ ਦਾ ਪਾਰਟ ਨਹੀਂ ਰਹੀ, ਤਾਂ ਉਹਨੂੰ ਲਾਉਂਦਾ ਹੈ, ਉਹ ਲੈ ਜਾਂਦੀ। ਹੁਣ ਜਦੋਂ ਸੱਪ ਨੇ ਤਾਜ਼ੀ ਕੁੰਜ ਲਾਈ ਹੋਵੇ ਤੇ ਕੋਈ ਬੰਦਾ ਇਹ ਸੋਚ ਕੇ ਵੀ ਹੁਣ ਤਾਂ ਸੱਪ ਨੇ ਜ਼ਹਿਰ ਛੱਡ ਦਿੱਤਾ ਹੋਣਾ, ਉਹਦੇ ਮੂੰਹ 'ਚ ਉਂਗਲ ਪਾਉਣ ਦੀ ਕੋਸ਼ਿਸ਼ ਕਰੇ ਤਾਂ ਕੀ ਹੋਏਗਾ ਭਲਾ? ਉਹਦੇ ਜ਼ਹਿਰ ਦਾ ਡੰਗਿਆ ਜਾਏਗਾ। ਜ਼ਹਿਰ ਤਾਂ ਉਹਦੀ ਬੋਡੀ ਦੇ ਵਿੱਚ ਹੈ, ਉਹਨੇ ਕੁੰਜ ਲਾਈ ਹੈ, ਜ਼ਹਿਰ ਨਹੀਂ ਛੱਡਿਆ, ਉਹ ਤਾਂ ਉਹਦਾ ਪਾਰਟ ਆਫ ਬੋਡੀ ਹੈ। ਉਹ ਨਾੜਾਂ ਤੋਂ ਉਹਦੇ ਅੰਦਰ ਨੇ, ਸਰੀਰ ਦੇ ਅੰਦਰ, ਜਿਨ੍ਹਾਂ ਰਾਹੀਂ ਜ਼ਹਿਰ ਉਹਦੀ ਬੋਡੀ ਦੇ ਵਿੱਚ ਹੈ, ਉਹਦੇ ਖਾਸ ਹਿੱਸੇ ਦੇ ਵਿੱਚ ਹੈ। ਹੁਣ ਉਹਨੂੰ ਬਾਬਾ ਨਾਮਦੇਵ ਸਾਹਿਬ ਕਹਿੰਦੇ ਸਾਂਪ ਕੁੰਚ ਛੋੜੈ, ਉਹਨੇ ਕੁੰਜ ਲਾ ਦਿੱਤੀ ਹੈ, ਵੇਖ ਨਹੀਂ ਛੱਡਿਆ, ਜ਼ਹਿਰ ਨਹੀਂ ਛੱਡਿਆ। ਇਹਦਾ ਭਾਵ ਕੀ ਹੈ? ਫਿਰ ਅਗਲੀ ਇੱਕ ਹੋਰ ਉਦਾਹਰਣ ਹੈ, ਇਕੱਠੀਆਂ ਹੀ ਵਿਚਾਰਦੇ ਹਾਂ। ਉਦਕ ਮਾਹੇ ਜੈਸੇ ਬਾਗ ਧਿਆਨ ਮੰਡ। ਉਦਕ ਪਾਣੀ ਨੂੰ ਕਹਿੰਦੇ ਹਨ, ਬਾਹਰ ਉਦਕ ਪਖਾਰੀ ਹੈ। ਪਾਣੀ ਦੇ ਵਿੱਚ ਜਿਵੇਂ ਬਗੁਲਾ ਧਿਆਨ ਸਥਿਤ ਕਰਦਾ ਹੈ। ਇੱਕ ਵਿਚਾਰਵਾਨ ਦਾ ਮੈਂ ਪੜ੍ਹ ਰਿਹਾ ਸਾਂ, ਉਹਨੇ ਬੜੀ ਪਿਆਰੀ ਗੱਲ ਕੀ, ਉਹ ਕਹਿੰਦਾ ਜਦੋਂ ਬਗਲਾ ਸਮਾਧੀ ਲਾਉਂਦਾ ਹੈ ਨਾ ਤਾਂ ਉਹਦੀ ਮਾਨਸਿਕਤਾ ਇਹ ਹੁੰਦੀ ਵੀ ਮੈਨੂੰ ਕਿਹੜਾ ਕੋਈ ਵੇਂਹਦਾ। ਪਾਣੀ ਦੇ ਵਿੱਚ ਉਹ ਟੰਕ ਖੜਾ ਹੈ, ਧਿਆਨ ਉਹਦੀਆਂ ਅੱਖਾਂ ਜਿਹੜੀਆਂ ਨੇ ਆਪਣੇ ਪੈਰਾਂ ਵੱਲ ਗੱਡੀਆਂ ਨੇ, ਪਾਣੀ ਦੇ ਵਿੱਚ ਉਹ ਖੜ ਜਾਂਦਾ ਹੈ, ਕਿਉਂਕਿ ਉਹਦਾ ਮਕਸਦ ਇਹ ਹੁੰਦਾ ਵੀ ਜਿਹੜੀਆਂ ਡੱਡੀਆਂ ਮੱਛੀਆਂ ਮੇਰੇ ਪੈਰਾਂ ਦੇ ਨੇੜੇ ਮੇਰੀ ਰੇਂਜ ਵਿੱਚ ਆਈਆਂ ਕਹਿ ਲਓ, ਉਹਨੇ ਉਸੇ ਵੇਲੇ ਝਪਟ ਮਾਰਨੀ ਤੇ ਉਹਨੂੰ ਖਾ ਜਾਣਾ। ਉਹ ਆਪਣੇ ਆਪ ਨੂੰ ਇਵੇਂ ਟਿਕਾ ਅਸਥਿਰ ਕਰ ਲੈਂਦਾ, ਬਿਲਕੁਲ ਅਟੰਕ, ਬਿਨਾਂ ਹਿਲ ਜੁਲ ਤੋਂ। ਤੇ ਉਹਦੇ ਅੰਦਰ ਇਹ ਭਾਵ ਇਹ ਚੱਲਦਾ ਹੁੰਦਾ ਹੈ, ਮੈਨੂੰ ਕਿਹੜਾ ਕੋਈ ਵੇਂਹਦਾ। ਹੁਣ ਇਹ ਦੋ ਉਦਾਹਰਨਾਂ, ਦੋ ਐਗਜ਼ੈਂਪਲਸ ਦਿੱਤੀਆਂ ਨੇ। ਇੱਕ ਤਾਂ ਸੱਪ ਦੀ, ਵੀ ਸੱਪ ਨੇ ਕੁੰਜ ਲਾਈ ਹੈ, ਜ਼ਹਿਰ ਨਹੀਂ ਛੱਡਿਆ। ਮਨੁੱਖ ਵੀ ਕਈ ਵਾਰ ਦੁਨੀਆਦਾਰੀ ਵਿੱਚ ਕੁੰਜ ਬੜੀ ਵਾਰ ਲਾਉਂਦਾ ਹੈ, ਜ਼ਹਿਰ ਨਹੀਂ ਛੱਡਦਾ, ਕਿਉਂਕਿ ਜ਼ਹਿਰ ਤੇ ਉਹਦੇ ਅੰਦਰ ਹੈ, ਕੁੰਜ ਬਾਹਰੋਂ ਬਦਲ ਲੈਂਦਾ। ਜਦੋਂ ਬਾਣੀ ਦੇ ਵਿੱਚ ਸਤਿਗੁਰੂ ਕਹਿੰਦੇ ਨਾ, ਤੀਰਥ ਤੀਰਥ ਭ੍ਰਮਤਾ ਲਹੈ ਨਾ ਪਾਹੜੀ। ਇੱਕ ਤੀਰਥ ਤੇ ਕੁੰਜ ਲਾ ਕੇ ਆਇਆ, ਦੂਜੀ ਤੇ ਲਾ ਆਇਆ, ਤੀਜੀ ਤੇ ਲਾ ਆਇਆ, ਜ਼ਹਿਰ ਨਾਲ ਹੀ ਲੈ ਆਇਆ। ਪੰਚ ਚੰਡਾਲ
ਨਾਲੇ ਲਿਆ। ਜਿਹੋ ਜਿਹਾ ਕ੍ਰੋਧੀ ਘਰੋਂ ਗਿਆ ਸੀ ਉਹੋ ਜਿਹਾ ਕ੍ਰੋਧੀ ਹੋ ਕੇ ਆ ਗਿਆ, ਸਗੋਂ ਡਬਲ ਹੋ ਗਿਆ। ਜਿਹੋ ਜਿਹਾ ਹੰਕਾਰੀ ਘਰੋਂ ਨਿਕਲਿਆ ਸੀ ਉਦੋਂ ਵੀ ਵੱਡਾ ਹੰਕਾਰੀ ਬਣ ਕੇ, ਪਹਿਲੋਂ ਤਾਂ ਇਹ ਹੰਕਾਰ ਸੀ ਮੇਰੇ ਕੋਲ ਆ, ਇੱਕ ਐਕਸਟਰਾ ਹੋਰ ਹੋ ਗਿਆ ਵੀ ਹੁਣ ਤਾਂ ਮੈਂ ਤੀਰਥ ਇਸ਼ਨਾਨੀ ਵੀ ਹਾਂ। ਜੇ ਕੋ ਪਾਵੈ ਤੇਲ ਕਾ ਮਾਨ। ਤੋ ਉਹ ਜਿਹੜੀ ਚੀਜ਼ ਹੈ, ਜਿਵੇਂ ਅਸੀਂ ਉਹ ਸਾਖੀ ਪੜ੍ਹਦੇ ਹਾਂ ਨਾ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਬੜੀ ਸੇਵਾ ਕਰਦੇ ਅਭਿਆਗਤਾਂ ਦੀ, ਸਾਧੂਆਂ ਦੀ, ਜੋਤਸ਼ੀਆਂ ਦੀ, ਵਿਦਾਂਤੀਆਂ ਦੀ। ਉਹਨਾਂ ਨੇ ਬੜੀ ਵਾਰ ਯਾਤਰਾ ਕੀਤੀ ਹਰਿਦੁਆਰ ਦੀ। ਸੇਵਾ ਭਾਵ ਦਾ ਸੁਭਾਅ ਸੀ ਨਾ, ਜਗਿਆਸਾ ਸੀ ਜਾਣਨ ਦੀ। ਇੱਕ ਸੰਨਿਆਸੀ ਦੀ ਸੇਵਾ ਕਰਦੇ ਨੇ। ਇਹ ਗੁਰੂ ਸਾਹਿਬ ਦੀ ਹਜ਼ੂਰੀ 'ਚ ਆਉਣ ਤੋਂ ਪਹਿਲਾਂ ਦਾ ਵਕਤ ਹੈ ਉਹਨਾਂ ਦਾ। ਕਿੰਨਾ ਗਹਿਨ ਤਜਰਬਾ ਹੈ, ਤੁਸੀਂ ਵੇਖੋ ਇਹਨਾਂ ਚੀਜ਼ਾਂ ਨੂੰ। ਅਸੀਂ ਜਿਨ੍ਹਾਂ ਜੰਜਾਲਾਂ 'ਚ ਫਸੇ ਆ ਨਾ, ਗੁਰੂ ਸਾਹਿਬ ਆਪਣੇ ਗੁਰੂ ਦੀ ਹਜ਼ੂਰੀ 'ਚ ਆਉਣ ਤੋਂ ਪਹਿਲਾਂ ਬਾਬਾ ਅਮਰਦਾਸ ਸਾਹਿਬ ਨੇ ਉਹ ਸਾਰੀ ਅਭਿਆਸ, ਸਾਰੀ ਉਹ ਕਿਰਿਆ ਕਰਨ ਤੋਂ ਬਾਅਦ ਸਾਨੂੰ ਆਖਿਆ ਕੱਖ ਨਹੀਂ ਹੈ। ਇਸ ਵਾਸਤੇ ਇਹ ਉਹਨਾਂ ਦਾ ਤਜਰਬਾ ਹੈ। ਤੋ ਸੰਨਿਆਸੀ ਨਾਲ ਵਿਚਾਰ ਵਾਰਤਾਲ ਉਹਨੂੰ ਬੜਾ ਚੰਗਾ ਲੱਗਾ ਵੀ ਬੜੀ ਸੇਵਾ ਕੀਤੀ ਹੈ, ਬੜਾ ਰਿਸਪੈਕਟ ਦਿੱਤੀ ਹੈ, ਬੜਾ ਸਤਿਕਾਰ ਕੀਤਾ ਹੈ। ਕੁਝ ਅਧਿਆਤਮਕ ਦੀਆਂ ਗੱਲਾਂ ਜਾਣਨ ਦੀ ਇੱਛਾ ਹੈ, ਜਗਿਆਸਾ ਹੈ। ਪੁੱਛ ਲਿਆ ਤੇਰਾ ਗੁਰੂ ਕੌਣ ਹੈ? ਕਹਿੰਦੇ ਜੀ ਉਹ ਇਹਦੇ ਬਾਰੇ ਤਾਂ ਮੈਨੂੰ ਨਹੀਂ ਪਤਾ, ਮੈਂ ਤਾਂ ਕੋਈ ਕਿਸੇ ਨੂੰ ਖਾਸ ਗੁਰੂ ਨਹੀਂ ਧਾਰਨ ਕੀਤਾ। ਅੱਗ ਬਬੂੜਾ ਹੋ ਗਿਆ। ਉਹਨੇ ਨਿਮਰਤਾ ਨਹੀਂ ਵੇਖੀ ਬਾਬਾ ਅਮਰਦਾਸ ਸਾਹਿਬ, ਉਹਨੇ ਭਾਵਨਾ ਨਹੀਂ ਵੇਖੀ, ਉਸਨੇ ਜਗਿਆਸਾ ਨਹੀਂ ਵੇਖੀ। ਉਛਲ ਪਿਆ ਵੀ ਤੇਰੇ ਹੱਥੋਂ ਖਾ ਕੇ, ਤੇਰੀ ਸੇਵਾ, ਤੇਰੇ ਹੱਥੋਂ ਸੇਵਾ ਕਰਵਾ ਕੇ ਤਾਂ ਮੈਂ ਪਿੱਟਿਆ ਗਿਆ, ਕਿਉਂਕਿ ਤੂੰ ਨਿਗੁਰਾ ਹੈ। ਹੁਣ ਇਹਦੇ ਦੋ ਹੀ ਭਾਵ ਹੋ ਸਕਦੇ, ਕਿਉਂਕਿ ਸੰਨਿਆਸੀਆਂ 'ਚ ਹੁੰਦਾ ਹੈ ਨਾ ਵੀ ਗੁਰੂ ਧਾਰਨ ਕਰਨਾ, ਉਹ ਸਾਰੀ ਇੱਕ ਪ੍ਰਕਿਰਿਆ ਹੈ। ਉਹ ਇਸੇ ਕਰਕੇ ਤੇ ਅੱਗ ਬਬੂੜਾ ਹੋਇਆ। ਹੁਣ ਜ਼ਰਾ ਸੋਚ ਕੇ ਵੇਖੋ, ਜਦੋਂ ਸੜਿਆ ਬਲਿਆ ਗੁਰੂ ਅਮਰਦਾਸ ਮਹਾਰਾਜ ਨੂੰ ਕਹਿੰਦੇ ਤੂੰ ਤਾਂ ਨਿਗੁਰਾ ਹੈ, ਤੇਰੀ ਜ਼ਰੂਰਤ ਕਿਵੇਂ ਹੋਈ ਮੇਰੀ ਸੇਵਾ ਕਰਨ ਦੀ? ਹੁਣ ਗੁਰੂ ਨੇ ਉਹਦੇ ਜੀਵਨ ਤੇ ਕੀ ਇਫੈਕਟ ਪਾਇਆ ਭਲਾ? ਉਹ ਸੰਨਿਆਸੀ ਨੇ ਗੁਰੂ ਧਾਰਨ ਕਰਕੇ ਕੀ ਪ੍ਰਾਪਤ ਕਰ ਲਿਆ? ਬਾਬਾ ਅਮਰਦਾਸ ਸਾਹਿਬ ਨੇ ਤਾਂ ਕੋਈ ਇਸ ਤਰ੍ਹਾਂ ਦਾ ਗੁਰੂ ਵੀ ਨਹੀਂ ਸੀ ਲੱਭਾ ਜੇ, ਤੇ ਇਸ ਕਰਕੇ ਉਹਨਾਂ ਦੇ ਜੀਵਨ 'ਚ ਤਾਂ ਸਹਿਜ ਹੈ, ਨਿਮਰਤਾ ਹੈ। ਉਹਨਾਂ ਤੇ ਹੱਥ ਜੋੜੇ ਜੀ ਮੈਨੂੰ ਨਹੀਂ ਸੀ ਪਤਾ ਵੀ ਤੁਸੀਂ ਨਿਗੁਰੇ ਦੇ ਹੱਥੋਂ ਪਾਣੀ ਨਹੀਂ ਪੀਂਦੇ, ਤੁਹਾਡਾ ਇਹ ਸਿਸਟਮ ਚੱਲਦਾ, ਮੈਨੂੰ ਨਹੀਂ ਸੀ ਪਤਾ। ਨਹੀਂ ਤਾਂ ਸਾਡੇ ਵਰਗਾ ਹੁੰਦਾ ਤੇ ਭਾਂਡਾ ਉਹਦੇ ਸਿਰ 'ਚ ਮਾਰਦਾ ਵੀ ਨਾਲੇ ਤੈਨੂੰ ਪਾਣੀ ਪਿਆਇਆ, ਨਾਲੇ ਤੈਨੂੰ ਰੋਟੀ ਖਵਾਈ, ਅੱਗੋਂ ਤੂੰ ਇਹੋ ਜਿਹੀਆਂ ਗੱਲਾਂ ਕਰਦਾ। ਨਹੀਂ, ਆਖਿਆ ਜੀ ਮੈਨੂੰ ਪਤਾ ਨਹੀਂ ਸੀ। ਕਮਾਲ ਦੀ ਗੱਲ, ਇੱਕ ਨੇ ਗੁਰੂ ਧਾਰਨ ਕੀਤਾ ਤੇ ਉਹਦੇ ਪੱਲੇ ਕੱਖ ਨਹੀਂ, ਤੇ ਦੂਜੇ ਦੇ ਅੰਦਰ ਸੇਵਾ ਉਹ ਜਿਹੜੀ ਚੀਜ਼ ਨੇ ਉਹਨਾਂ ਦੇ ਜੀਵਨ ਨੂੰ ਇਸ ਸਿਖਰ ਤੇ ਪਹੁੰਚਾਇਆ। ਪਤਾ ਹੈ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਕੀ ਲਿਖਿਆ? ਪਰਬਤ ਮੇਰਾਣ, ਭਾਈ ਸੱਤਾ ਬਲਵੰਡ ਜੀ। ਅਹਿਲ ਪਰਬਤ ਵਰਗੇ ਨੇ ਗੁਰੂ ਅਮਰਦਾਸ ਮਹਾਰਾਜ। ਡਾਵਾਂਡੋਲ ਨਹੀਂ ਹੁੰਦੇ, ਕਾਹਲ ਨਹੀਂ ਹੈ ਕਿਤੇ ਜੀਵਨ 'ਚ। ਇੰਨਾ ਬੈਲੈਂਸ ਹੈ, ਇੰਨਾ ਟਿਕਾ ਹੈ, ਇੰਨਾ ਸਹਿਜ ਹੈ ਵੀ ਐਨ ਟਿਕੇ ਹੋਏ ਪਰਬਤ ਵਰਗੇ। ਅਹਿਲ, ਭਾਰੀ ਭਰਕਮ, ਖਾਲੀ ਨਹੀਂ ਹਨ ਅੰਦਰੋਂ, ਭਾਰੀ। ਪਹਾੜ ਜਿਹੜੇ ਨੇ, ਪਰਬਤ ਜਿਹੜਾ ਹੌਲਾ ਥੋੜ੍ਹੀ ਹੁੰਦਾ। ਹੁਣ ਉਹ ਜਿਹੜੀ ਚੀਜ਼ ਹੈ, ਉਸ ਚੀਜ਼ ਨੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਆ ਕੇ, ਨਹੀਂ ਤਾਂ ਕੌਣ ਕੁੜਮਾਂ ਦੇ ਦਰਵਾਜ਼ੇ ਤੇ ਜਾ ਕੇ ਸੇਵਾ ਕਰਦਾ? ਹਰ ਸੇਵਾ ਕੀਤੀ ਔਰ ਉਹ ਬਖਸ਼ਿਸ਼ ਪ੍ਰਾਪਤ ਕੀਤੀ ਜਿਹੜੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਦਰਬਾਰ 'ਚੋਂ ਮਿਲਦੀ। ਤਾਂ ਮੈਂ ਜ਼ਿਕਰ ਕਰ ਰਿਹਾ ਇਸ ਜਗ੍ਹਾ ਦੇ ਉੱਤੇ ਉਹ ਸੰਨਿਆਸੀ ਦੀ ਉਦਾਹਰਣ ਮੈਂ ਇਸ ਕਰਕੇ ਦਿੱਤੀ ਹੈ ਕਿ ਉਹਨੂੰ ਕਿਸੇ ਦੀ ਭਾਵਨਾ ਨਾਲ ਕੋਈ ਅੰਦਰ ਦਾ ਜ਼ਹਿਰ ਉਤਰਾ ਹੀ ਅੰਦਰ ਹੈ। ਤੇ ਸ਼ਾਇਦ ਇਹੀ ਉਹ ਪੁਆਇੰਟ ਸੀ, ਟਰਨਿੰਗ ਪੁਆਇੰਟ ਜਿਹਨੂੰ ਆਪਾਂ ਕਹਿੰਦੇ, ਤਬਦੀਲੀ ਦਾ ਮਾਰਗ ਇੱਥੋਂ ਸ਼ੁਰੂ ਹੋਇਆ। ਇਹ ਕਮਾਲ ਹੈ, ਇਹਨਾਂ ਲੋਕਾਂ ਦੇ ਮਗਰ ਲੱਗਦਿਆਂ ਮੈਨੂੰ ਦਹਾਕੇ ਗੁਜ਼ਰ ਗਏ, ਇਹ ਅਜੇ ਵੀ ਮੇਰੇ ਬਾਰੇ ਇਹ ਸੋਚਦੇ ਨੇ, ਇਹ ਦੂਜਿਆਂ ਨਾਲ ਇਸ ਤਰ੍ਹਾਂ ਵਿਹਾਰ ਕਰਦੇ ਨੇ। ਇਹਨਾਂ ਦੇ ਸ਼ਾਸਤਰਾਂ ਤੇ ਸਿਮਰਤੀਆਂ ਦੇ ਪਾਠ ਨੇ ਇਹਨਾਂ ਤੇ ਕੀ ਪ੍ਰਭਾਵ ਪਾਇਆ? ਇਹਨਾਂ ਦੇ ਸੰਨਿਆਸੀ ਪੁਣੇ ਨੇ ਇਹਨਾਂ ਦੀ ਸੁਰਤ ਨੂੰ ਕਿੰਨਾ ਕੁ ਸਹਿਜ ਵਿੱਚ ਲਿਆਂਦਾ ਹੈ? ਇਹਨਾਂ ਦੇ ਤਿਆਗ ਨੇ ਇਹਨਾਂ ਦੇ ਅੰਦਰ ਹਉਮੈ ਤੇ ਹੰਕਾਰ ਤੇ ਖਿਜ ਤੋਂ ਬਿਨਾਂ ਕੀ ਪੈਦਾ ਕੀਤਾ? ਇਹਨਾਂ ਦੀਆਂ ਸਮਾਧੀਆਂ ਤੇ ਤੀਰਥਾਂ ਦੀ ਯਾਤਰਾ ਨੇ ਤੇ ਇਹਨਾਂ ਦੇ ਸਾਰੇ ਕਿਰਿਆ ਕਲਾਪ ਜਿੰਨੇ ਕਰਦੇ ਨੇ, ਇਹਦੇ ਵਿੱਚੋਂ ਇਹਨਾਂ ਨੇ ਪ੍ਰਾਪਤੀ ਕੀ ਕੀਤੀ ਹੈ? ਇਹ ਕ੍ਰੋਧ ਤਾਂ ਸਧਾਰਨ ਬੰਦੇ ਨੂੰ ਵੀ ਸਾੜੀ ਜਾਂਦਾ ਤੇ ਇਹਨਾਂ ਨੂੰ ਵੀ ਸਾੜੀ ਜਾਂਦਾ।
ਇਹ ਹਉਮੈ ਸਧਾਰਨ ਮਨੁੱਖ ਦੇ ਪੱਲੇ ਵੀ ਪਈ ਹੋਈ, ਇਹਦੇ ਪੱਲੇ ਵੀ ਪਈ ਹੋਈ ਹੈ। ਉਦਕ ਮਾਹੇ ਜੈਸੇ ਬਾਗ ਧਿਆਨ ਵਾਲਾ, ਵੀ ਬਾਹਰੋਂ ਮਨੁੱਖ ਧਰਮ ਕਰਮ ਕਰਦਿਆਂ ਜੇ ਅੰਦਰ ਸ਼ਿਕਾਰੀ ਦੀ ਭਾਵਨਾ ਰੱਖਦਾ, ਦੂਜਿਆਂ ਦਾ, ਗਰੀਬਾਂ ਦਾ, ਕਮਜ਼ੋਰਾਂ ਦਾ, ਜਾਂ ਜਿਹੜਾ ਇਉਂ ਕਹਿ ਲਓ ਵੀ ਜਿਹਦੀ ਨਬਜ਼ ਹੱਥ ਵਿੱਚ ਆ ਗਈ ਉਹਦਾ, ਤੋਂ ਅੱਗੇ ਜਾ ਕੇ ਫਰਮਾਉਂਦੇ ਹਨ, ਸਿੰਘ ਚ ਭੋਜਨ ਜੋ ਨਰ ਜਾਣੈ ਐਸੇ ਹੀ ਠੱਗ ਦਿਓ ਬਖਾਨੈ। ਸਿੰਘਜ ਦਾ ਮਤਲਬ ਹੁੰਦਾ ਸ਼ੇਰ ਦੀ ਖੁਰਾਕ। ਸ਼ੇਰ ਸ਼ਿਕਾਰ ਕਰਦਾ, ਇਹ ਉਹਦਾ ਸੁਭਾਅ ਹੈ ਸ਼ਿਕਾਰ ਕਰਨਾ, ਤੇ ਸ਼ਿਕਾਰ ਉਹ ਆਪਣੇ ਤੋਂ ਕਮਜ਼ੋਰ ਜੀਵ ਦਾ ਸ਼ਿਕਾਰ ਖੇਡਦਾ, ਉਹਨੂੰ ਚੀਰ ਦਿੰਦਾ, ਫਿਰ ਉਸ ਨੂੰ ਉਹ ਖਾਂਦਾ, ਜਿੰਨੀ ਲੋੜ ਹੋਵੇ ਖਾਧਾ, ਬਾਕੀ ਛੱਡ ਦਿੰਦਾ। ਤੋ ਸ਼ਿਕਾਰ ਕਰਨਾ ਅਗਲੇ ਦੀ ਜ਼ਿੰਦਗੀ, ਇਹ ਹੁਣ ਉਹਦੀ ਤਰਜ਼ੇ ਜ਼ਿੰਦਗੀ ਕਹਿ ਲਓ ਵੀ ਉਹਦੀ ਇਸ ਤਰ੍ਹਾਂ ਦੀ ਜ਼ਿੰਦਗੀ ਹੈ, ਇਸ ਤਰ੍ਹਾਂ ਦੀ ਲਾਈਫ ਹੈ। ਇੱਥੇ ਸਿੰਘਜ ਭੋਜਨ ਤੋਂ ਭਾਵ ਕੀ ਹੈ? ਠੱਗੀ ਠੋਰੀ ਦਾ, ਧੱਕੇ ਨਾਲ, ਜ਼ੁਲਮ ਨਾਲ, ਚੀਟਿੰਗ ਕਰਕੇ, ਬੇਈਮਾਨੀ ਕਰਕੇ, ਪਰਾਇਆ ਹੱਕ ਮਾਰ ਕੇ ਜਿਹੜਾ ਤੂੰ ਛਕਦਾ ਹੈ, ਲਿਆਉਂਦਾ ਹੈ, ਸਹੂਲਤਾਂ ਇਕੱਠੀਆਂ ਕਰਦਾ ਹੈ, ਚੀਜ਼ਾਂ, ਇਹ ਤੇਰੇ ਸ਼ੇਰ ਦੇ ਸ਼ਿਕਾਰ ਵਰਗਾ ਭੋਜਨ ਹੈ। ਜਿਹੜਾ ਇਸ ਤਰ੍ਹਾਂ ਦਾ ਜੀਵਨ ਜੀ ਰਿਹਾ ਬੰਦਾ, ਹਰ ਵੇਲੇ ਠੱਗੀ, ਝੂਠ, ਬੇਈਮਾਨੀ, ਪਾਪ, ਜ਼ੁਲਮ, ਅਤਿਆਚਾਰ, ਉਹਨਾਂ ਨੂੰ ਭਗਤ ਨਾਮਦੇਵ ਸਾਹਿਬ ਕਹਿੰਦੇ ਭਾਵੇਂ ਉਹ ਬਾਹਰੋਂ ਧਿਆਨ ਲਾਉਣ ਇਹੋ ਜਿਹੇ ਬੰਦੇ, ਭਾਵੇਂ ਉਹ ਬਾਹਰੀ ਤੌਰ ਦੇ ਉੱਤੇ ਸਮਾਧੀਆਂ ਲਾਉਣ ਜਾਂ ਜਪ ਕਰਨ, ਮੈਂ ਉਹਨਾਂ ਨੂੰ ਕਦੇ ਧਰਮੀ ਨਹੀਂ ਮੈਂ ਕੀ ਆਖਾਂਗਾ, ਐਸੇ ਹੀ ਠੱਗ ਦਿਓ। ਠੱਗਾਂ ਦੇ ਵੀ ਗੁਰੂ, ਦਿਓ ਦਾ ਮਤਲਬ ਹੁੰਦਾ ਠੱਗਾਂ ਦੇ ਵੀ ਉਸਤਾਦ। ਉਹ ਤਾਂ ਠੱਗਾਂ ਦੇ ਵੀ ਉਸਤਾਦ ਨੇ। ਸਧਾਰਨ ਠੱਗ ਤਾਂ ਠੱਗੀ ਮਾਰਦਾ, ਇਹ ਤਾਂ ਠੱਗੀ ਨੂੰ ਧਰਮ ਦੇ ਪਹਿਰਾਵੇ ਥੱਲੇ ਢੱਕ ਲੈਂਦਾ। ਇਹ ਤਾਂ ਭੱਦਰ ਪੁਰਸ਼ ਹੋਣ ਦਾ ਵਿਖਾਵਾ ਵੀ ਵਧੇਰੇ ਕਰ ਲੈਂਦੇ ਨੇ, ਇਸ ਕਰਕੇ ਮਹਾਂ ਠੱਗ ਐਸੇ ਹੀ ਠੱਗ ਦਿਓ ਬਖਾਨਾ। ਫਿਰ ਅਖੀਰਲੀਆਂ ਪੰਕਤੀਆਂ 'ਚ ਕਹਿੰਦੇ, ਨਾਮੇ ਕੇ ਸਵਾਮੀ ਲਾਹੇ ਲੈ ਝਗੜਾ। ਇਹ ਨਾਮਦੇਵ, ਤੇਰੇ ਮਾਲਕ ਪਰਮੇਸ਼ਰ ਨੇ ਤੇਰੇ ਗਲੋਂ ਇਹ ਝਗੜਾ ਹੀ ਲਾ ਦਿੱਤਾ। ਉਹਨੇ ਕਰਮਕਾਂਡ ਦੀ ਜ਼ਿੰਦਗੀ ਤੋਂ ਤੈਨੂੰ ਮੁਕਤ ਕੀਤਾ ਤੇ ਮਨ ਦੀ ਪਵਿੱਤਰਤਾ ਦੇ ਦਿੱਤੀ, ਇਸ ਕਰਕੇ ਤੈਨੂੰ ਲੁਕਾਉਣ ਦੀ ਕੋਈ ਲੋੜ ਨਹੀਂ ਪੈਂਦੀ, ਤੈਨੂੰ ਪਰਦਾ ਪੋਸ਼ੀਆਂ ਦੀ ਲੋੜ ਨਹੀਂ ਪੈਂਦੀ, ਕਿਉਂਕਿ ਤੇਰੇ ਅੰਦਰੋਂ ਇਹ ਝਗੜਾ ਹੀ ਮੁਕਾ ਦਿੱਤਾ। ਇਸ ਵਾਸਤੇ ਮਨ ਨੂੰ ਸਮਝਾਇਆ ਕਰ, ਰਾਮ ਰਸਾਇਣ ਪੀਓ। ਪਰਮੇਸ਼ਰ ਦੇ ਨਾਮ ਦਾ ਸਭ ਤੋਂ ਉੱਤਮ ਰਸ, ਰਸਾਇਣ, ਰਸਾਂ ਦਾ ਘਰ, ਜਿਸ ਵਿੱਚ ਸਾਰੇ ਰਸਾਂ ਤੋਂ ਉੱਤਮ ਰਸ, ਜਿਹੜਾ ਸਾਰੇ ਸਵਾਦਾਂ ਤੋਂ ਉੱਪਰ ਸਵਾਦ ਹੈ, ਜਿਸ ਤੋਂ ਉੱਤੇ ਜੀਵਨ ਦਾ ਆਨੰਦ ਦੇਣ ਵਾਲਾ ਕੋਈ ਟੇਸਟ ਹੀ ਹੈ ਨਹੀਂ। ਪੀਓ, ਇਸ ਨੂੰ ਪੀ ਰੇ ਦਗਰਾ, ਦਗਰਾ ਮਰਾਠੀ ਦਾ ਸ਼ਬਦ ਹੈ, ਇਹਦਾ ਭਾਵ ਹੈ ਪੱਥਰ ਸੰਗ ਦਿਲ ਬੰਦੇ। ਹੇ ਪੱਥਰ ਦਿਲ ਬੰਦੇ, ਤੇਰੇ ਅੰਦਰ ਜੇ ਤਰਸ ਨਹੀਂ, ਤੇਰੇ ਅੰਦਰ ਜੇ ਦਇਆ ਨਹੀਂ, ਤੇਰੇ ਅੰਦਰ ਜੇ ਪ੍ਰੇਮ ਨਹੀਂ, ਤੇ ਤੂੰ ਪੱਥਰ ਹੈ। ਤੇ ਹੇ ਪੱਥਰ ਦਿਲ, ਆਪਣੇ ਆਪ ਨੂੰ ਉਸ ਮਾਲਕ ਦੇ ਸਮਰਪਣ ਕਰਕੇ ਉਹਦੇ ਸਭ ਤੋਂ ਉੱਤਮ ਨਾਮ ਰਸ ਨੂੰ ਚਖਣ ਦਾ ਯਤਨ ਕਰ। ਹਜ਼ੂਰ ਬਖਸ਼ਿਸ਼ ਕਰਨ। ਸ਼ਬਦ ਦਾ ਉਪਦੇਸ਼ ਸਾਡੇ ਸਭਨਾਂ ਦੇ ਮਨ ਹਿਰਦਿਆਂ ਦਾ ਸ਼ਿੰਗਾਰ ਬਣੇ। ਪਾਤਸ਼ਾਹ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਆਪ ਸਾਰੀ ਸੰਗਤ ਦਾ ਧੰਨਵਾਦ। ਅਦਬ ਸਹਿਤ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।